Hello students, how are you? We are reading second lesson, The Tiger and the Tunnel. We have read so far. ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. Let's start the remaining part of the lesson. Let's read. Baldev's family lived in a small tribal village at the outskirts of the forest. ਜੋ ਬਲਦੇਵ ਦਾ ਪਰਿਵਾਰ ਸੀ ਉਹ ਜੰਗਲ ਦੇ ਆਊਟਸਕਰਟਸ ਬਾਹਰੀ ਸਿਰੇ 'ਤੇ ਸਥਿਤ ਇੱਕ ਛੋਟੇ ਆਦਿਵਾਸੀ ਪਿੰਡ ਵਿੱਚ ਰਹਿੰਦਾ ਸੀ. ਹਿਜ਼ ਵਿਲੇਜ ਵਾਜ਼ ਅਬਾਊਟ 3 ਮਾਈਲਸ ਅਵੇ ਫਰੋਮ ਦੀ ਸਟੇਸ਼ਨ. ਉਸ ਦਾ ਪਿੰਡ ਸਟੇਸ਼ਨ ਤੋਂ 3 ਮੀਲ ਦੀ ਦੂਰੀ 'ਤੇ ਸੀ. ਜੋ ਬਲਦੇਵ ਦਾ ਪਿੰਡ ਸੀ ਉਹ ਸਟੇਸ਼ਨ ਤੋਂ 3 ਮੀਲ ਦੀ ਦੂਰੀ 'ਤੇ ਸੀ. ਹਿਜ ਸਨ ਤੈਂਬੂ ਹੂ ਵਾਜ਼ 12 years old did not always stay with his father at the station. ਉਸ ਦਾ ਲੜਕਾ ਤੈਂਬੂ ਜੋ 12 ਸਾਲ ਦਾ ਸੀ, ਹੂ ਵਾਜ਼ 12 years old, ਜੋ 12 ਸਾਲ ਦਾ ਸੀ, ਉਹ ਹਮੇਸ਼ਾ ਸਟੇ ਨਹੀਂ ਕਰਦਾ ਸੀ, ਉਹ ਹਮੇਸ਼ਾ ਨਹੀਂ ਰੁਕਦਾ ਸੀ ਸਟੇਸ਼ਨ 'ਤੇ ਆਪਣੇ ਪਿਤਾ ਦੇ ਨਾਲ. ਹੀ ਲਿਵਡ ਵਿਦ ਹਿਜ਼ ਮਦਰ ਐਂਡ ਸਿਸਟਰ ਇਨ ਦੀ ਵਿਲੇਜ. ਉਹ ਪਿੰਡ ਦੇ ਵਿੱਚ ਆਪਣੀ ਮਦਰ ਦੇ ਕੋਲ, ਆਪਣੀ ਸਿਸਟਰ ਦੇ ਕੋਲ ਰਹਿੰਦਾ ਸੀ. ਬਟ ਦੈਟ ਨਾਈਟ ਤੈਂਬੂ ਸਲੈਪਟ ਵਿਦ ਹਿਜ਼ ਫਾਦਰ ਐਟ ਦੀ ਸਟੇਸ਼ਨ. ਲੇਕਿਨ ਉਸ ਰਾਤ ਜੋ ਤੈਂਬੂ ਸੀ ਉਹ ਸਟੇਸ਼ਨ 'ਤੇ ਆਪਣੇ ਪਿਤਾ ਦੇ ਨਾਲ ਸੁੱਤਾ. ਇਟ ਵਾਜ਼ ਅ ਡਾਰਕ ਵਿੰਟਰ ਨਾਈਟ. ਬਹੁਤ ਸਰਦੀ ਦੀ ਠੰਡੀ ਰਾਤ ਸੀ. ਬਲਦੇਵ ਗੋਟ ਅਪ ਐਟ ਮਿਡ ਨਾਈਟ ਟੂ ਗੋ ਟੂ ਦੀ ਸਿਗਨਲ ਪੋਸਟ ਟੂ ਸੀ ਇਫ ਦਾ ਲੈਂਪ ਵਾਜ਼ ਸਟਿਲ ਅਲਾਈਟ ਔਰ ਨੋਟ. ਜੋ ਬਲਦੇਵ ਸੀ ਉਹ ਅੱਧੀ ਰਾਤ ਨੂੰ ਉੱਠਿਆ. ਕਿੱਥੇ ਜਾਣ ਦੇ ਲਈ? ਸਿਗਨਲ ਪੋਸਟ ਉੱਪਰ ਜਾਣ ਦੇ ਲਈ, ਔਰ ਇਹ ਵੇਖਣ ਦੇ ਲਈ, ਇਹ ਚੈੱਕ ਕਰਨ ਦੇ ਲਈ ਕਿ ਜੋ ਲੈਂਪ ਸੀ ਉਹ ਜਗ ਰਿਹਾ ਸੀ ਜਾਂ ਨਹੀਂ ਜਗ ਰਿਹਾ ਸੀ. ਤੈਂਬੂ ਆਸਕਡ ਹਿਮ ਸਲੀਪਲੀ. ਤੈਂਬੂ ਨੇ ਉਸ ਨੂੰ ਨੀਂਦ ਦੇ ਵਿੱਚ ਪੁੱਛਿਆ, ਆਪਣੇ ਪਿਤਾ ਨੂੰ ਪੁੱਛਿਆ, ਸ਼ੈਲ ਆਈ ਕਮ ਟੂ ਫਾਦਰ, ਕਿ ਮੈਂ ਵੀ ਆਵਾਂ? ਨੋ ਇਟਸ ਕੋਲਡ ਟੂ ਨਾਈਟ. ਨਹੀਂ, ਉਸ ਦੇ ਪਿਤਾ ਨੇ ਮਨਾ ਕੀਤਾ, ਨਹੀਂ, ਅੱਜ ਜਿਹੜੀ ਰਾਤ ਆ ਉਹ ਠੰਡੀ ਹੈ, ਅੱਜ ਬਹੁਤ ਸਰਦੀ ਹੈ. ਸੈਡ ਬਲਦੇਵ ਨੇ ਕਿਹਾ. ਤੈਂਬੂ ਫੈਲ ਅਸਲੀਪ ਅਗੇਨ. ਤੈਂਬੂ ਦੁਬਾਰਾ ਸੋ ਗਿਆ. ਬਲਦੇਵ ਲਾਈਟਡ ਹਿਜ਼ ਲੈਂਪ, ਰੈਪਡ ਹਿਮਸੈਲਫ ਇਨ ਦੀ ਸ਼ਾਲ ਐਂਡ ਮੂਵਡ ਟੁਵਰਡਸ ਦੀ ਸਿਗਨਲ ਪੋਸਟ. ਬਲਦੇਵ ਨੇ ਆਪਣੇ ਲੈਂਪ ਨੂੰ ਜਗਾਇਆ, ਆਪਣੇ ਆਪ ਨੂੰ ਸ਼ਾਲ ਦੇ ਵਿੱਚ ਰੈਪਡ ਕੀਤਾ, ਲਪੇਟਿਆ ਔਰ ਚੱਲ ਪਿਆ. ਕਿਸ ਦੇ ਵੱਲ? ਸਿਗਨਲ ਪੋਸਟ ਦੇ ਵੱਲ. ਵੈਨ ਹੀ ਐਂਟਰ ਦਾ ਕਟਿੰਗ, ਜਦੋਂ ਕਟਿੰਗ ਦੇ ਵਿੱਚ ਦਾਖਲ ਹੋਇਆ, ਹੀ ਕੁਡ ਨਾਟ ਹੈਲਪ ਥਿੰਕਿੰਗ ਅਬਾਊਟ ਦੀ ਵਾਈਲਡ ਐਨੀਮਲਸ. ਜਦੋਂ ਕਟਿੰਗ ਦੇ ਵਿੱਚ ਦਾਖਲ ਹੋਇਆ ਤਾਂ ਉਹ ਸੋਚੇ ਬਿਨਾਂ ਨਾ ਰਹਿ ਸਕਿਆ. ਕਿਸ ਬਾਰੇ? ਜੰਗਲੀ ਜਾਨਵਰਾਂ ਬਾਰੇ ਸੋਚੇ ਬਿਨਾਂ ਨਾ ਰਹਿ ਸਕਿਆ. ਇਟ ਵਾਜ਼ ਸੈਡ, ਕਿਹਾ ਜਾਂਦਾ ਸੀ ਕਿ ਵਾਈਲਡ ਐਨੀਮਲਸ ਆਫਨ ਵਿਜ਼ਟਡ ਦੈਟ ਸਪੋਟ. ਕੀ ਕਿਹਾ ਜਾਂਦਾ ਸੀ? ਕਿ ਜਿਹੜੇ ਜੰਗਲੀ ਜਾਨਵਰ ਨੇ ਉਹ ਹਮੇਸ਼ਾ ਇਸ ਜਗ੍ਹਾ 'ਤੇ ਆਉਂਦੇ ਸਨ. ਬਟ ਬਲਦੇਵ ਹਾਰਡਲੀ ਬਿਲੀਵਡ ਦੀ ਸਟੋਰੀਜ਼. ਲੇਕਿਨ ਜੋ ਬਲਦੇਵ ਸੀ ਇਹਨਾਂ ਕਹਾਣੀਆਂ 'ਤੇ ਵਿਸ਼ਵਾਸ ਨਹੀਂ ਕਰਦਾ ਸੀ. No doubt he had occasionally heard the sighing of a panther calling to its mate. ਇਸ ਵਿੱਚ ਕੋਈ ਸ਼ੱਕ ਨਹੀਂ ਵੀ ਉਸ ਬਲਦੇਵ ਨੇ ਕਦੇ-ਕਦੇ ਓਕੇਜ਼ਨਲੀ, ਕਦੇ-ਕਦੇ ਉਸਨੇ ਸੁਣੀ ਸੀ ਇੱਕ ਪੈਂਥਰ ਦੀ ਅਜੀਬ ਜੀ ਆਵਾਜ਼ ਨੂੰ, ਸਾਇੰਗ, ਅਜੀਬ ਜੀ ਆਵਾਜ਼ ਨੂੰ ਸੁਣਿਆ ਸੀ ਬੁਲਾਉਂਦੇ ਹੋਏ ਆਪਣੇ ਸਾਥੀ ਨੂੰ. ਬਟ ਹੀ ਹੈਡ ਨੈਵਰ ਸੀਨ ਦੈਮ ਨੀਅਰ ਦੀ ਟਨਲ ਔਰ ਦੀ ਸ਼ੈਡ. ਲੇਕਿਨ ਬਲਦੇਵ ਨੇ ਟਨਲ ਦੇ ਲਾਗੇ ਜਾਂ ਸ਼ੈਡ ਦੇ ਲਾਗੇ ਕਦੇ ਉਹਨਾਂ ਜੰਗਲੀ ਜਾਨਵਰਾਂ ਨੂੰ ਨਹੀਂ ਵੇਖਿਆ ਸੀ. ਬੀਇੰਗ ਅ ਟਰਾਈਬਲ ਹਿਮਸੈਲਫ, ਬਲਦੇਵ ਵਾਜ਼ ਯੂਜ਼ਡ ਟੂ ਦੀ ਜੰਗਲ ਐਂਡ ਇਟਸ ਵੇਜ਼. ਇੱਕ ਆਦਿਵਾਸੀ ਹੋਣ ਦੇ ਨਾਤੇ, ਇੱਕ ਟਰਾਈਬਲ ਹੋਣ ਦੇ ਨਾਤੇ, ਇੱਕ ਆਦਿਵਾਸੀ ਹੋਣ ਦੇ ਨਾਤੇ ਜਿਹੜਾ ਬਲਦੇਵ ਸੀ ਉਹ ਜੰਗਲ ਔਰ ਇਸ ਦੇ ਰਸਤਿਆਂ ਬਾਰੇ ਜਾਣਦਾ ਸੀ. ਸੋ ਹੀ ਵਾਕਡ ਕੌਨਫੀਡੈਂਟਲੀ. ਇਸ ਲਈ ਉਹ ਵਿਸ਼ਵਾਸ ਨਾਲ ਤੁਰਦਾ ਗਿਆ. ਲਾਈਕ ਹਿਜ਼ ਫੋਰ ਫਾਦਰਸ he carried a small axe with his father, axe with him. ਆਪਣੇ ਪੂਰਵਜਾਂ ਦੀ ਤਰ੍ਹਾਂ, like his forefathers, ਆਪਣੇ ਪੂਰਵਜਾਂ ਦੀ ਤਰ੍ਹਾਂ ਉਹ ਆਪਣੇ ਨਾਲ ਇੱਕ ਛੋਟੀ ਜਿਹੀ ਕੁਲਹਾੜੀ ਰੱਖਦਾ ਸੀ. that axe was very simple. ਔਰ ਉਹ ਕੁਲਹਾੜੀ ਬਹੁਤ ਸਿੰਪਲ ਸੀ ਵੇਖਣ ਦੇ ਵਿੱਚ, to look at, ਵੇਖਣ ਦੇ ਵਿੱਚ ਬਹੁਤ ਸਿੰਪਲ ਸੀ. but it was deadly when in use. ਲੇਕਿਨ ਜਦੋਂ ਉਸ ਨੂੰ ਇਸਤੇਮਾਲ ਵਿੱਚ ਲਿਆਉਂਦਾ ਸੀ ਤਾਂ ਇਹ ਬਹੁਤ ਘਾਤਕ ਸੀ, ਔਰ ਜਦੋਂ ਇਸ ਨੂੰ ਯੂਜ਼ ਵਿੱਚ ਲਿਆਂਦਾ ਜਾਂਦਾ ਸੀ ਤਾਂ ਉਹ ਘਾਤਕ ਬਣ ਜਾਂਦੀ ਸੀ. ਵਿਦ ਇਟ ਬਲਦੇਵ ਕੁਡ ਕੱਟ ਡਾਊਨ ਅ ਟਰੀ ਇਨ 3 or 4 ਸਟੋਕਸ ਓਨਲੀ. ਔਰ ਜਿਹੜਾ ਬਲਦੇਵ ਸੀ
ਇਸ ਕੁਲਹਾੜੀ ਦੇ ਨਾਲ ਇੱਕ ਰੁੱਖ ਨੂੰ 3 ਜਾਂ 4 ਸਟ੍ਰੋਕ ਸੱਟਾਂ ਦੇ ਵਿੱਚ ਕੱਟ ਸਕਦਾ ਸੀ। ਇੱਕ ਰੁੱਖ ਨੂੰ ਸਿਰਫ 3 ਜਾਂ 4 ਸੱਟਾਂ ਦੇ ਵਿੱਚ ਕੱਟ ਸਕਦਾ ਸੀ। ਬਲਦੇਵ ਪ੍ਰਾਈਡਡ ਹਿਮਸੈਲਫ ਇਨ ਵਿਲਡਿੰਗ, ਔਰ ਬਲਦੇਵ ਨੂੰ ਵਿਲਡਿੰਗ ਕਰਨ ਦੇ ਵਿੱਚ, ਇਸ ਨੂੰ ਕੰਮ ਲਿਆਉਣ ਦੀ ਕਲਾ ਦੇ ਵਿੱਚ, ਵਿਲਡਿੰਗ ਕੰਮ ਲਿਆਉਣ ਦੀ ਕਲਾ, ਜਿਹੜਾ ਬਲਦੇਵ ਸੀ ਉਸ ਨੂੰ ਇਸ ਕੁਲਹਾੜੀ ਨੂੰ ਵਿਲਡਿੰਗ ਕਰਨ ਦੇ ਵਿੱਚ, ਜੋ ਕੰਮ ਲਿਆਉਣ ਦੀ ਕਲਾ ਦੇ ਵਿੱਚ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਨਿਪੁੰਨ ਸਮਝਦਾ ਸੀ। ਬਲਦੇਵ ਨੂੰ ਬਹੁਤ ਜ਼ਿਆਦਾ ਆਪਣੇ ਆਪ 'ਤੇ ਮਾਣ ਸੀ ਇਸ ਨੂੰ ਕੰਮ ਵਿੱਚ ਲਿਆਉਣ ਦੇ ਲਈ। ਕਿਸ ਦੇ ਖਿਲਾਫ? ਜਾਨਵਰਾਂ ਦੇ ਖਿਲਾਫ। ਵਨਸ ਹੀ ਹੈਡ ਕਿਲਡ ਅ ਯੰਗ ਬੋਰ ਵਿਦ ਇਟ, ਇੱਕ ਵਾਰ ਉਸਨੇ ਮਾਰਿਆ ਇੱਕ ਜੰਗਲੀ ਸੂਰ ਨੂੰ, ਜੰਗਲੀ ਸੂਰ ਦੇ ਬੱਚੇ ਨੂੰ ਇਸ ਕੁਲਹਾੜੀ ਦੇ ਨਾਲ ਮਾਰਿਆ ਸੀ। ਹਿਜ਼ ਫਾਦਰ ਹੈਡ ਮੇਡ ਦਿਸ ਐਕਸ ਓਵਰ ਅ ਚਾਰਕੋਲ ਫਾਇਰ, ਔਰ ਇਸ ਕੁਲਹਾੜੀ ਨੂੰ ਉਸ ਦੇ ਪਿਤਾ ਨੇ ਚਾਰਕੋਲ ਫਾਇਰ, ਲੱਕੜੀ ਦੇ ਕੋਇਲੇ ਦੀ ਅੱਗ 'ਤੇ ਤਪਾ ਕੇ ਬਣਾਇਆ ਸੀ। ਬਲਦੇਵ ਆਲਵੇਜ਼ ਕੈਪਟ ਇਟ ਵਿਦ ਹਿਮ, ਔਰ ਬਲਦੇਵ ਹਮੇਸ਼ਾ ਇਸ ਨੂੰ ਆਪਣੇ ਕੋਲ ਰੱਖਦਾ ਸੀ। ਦ ਕਟਿੰਗ ਐਂਡ ਦੀ ਐਂਟਰੈਂਸ ਟੂ ਦ ਟਨਲ ਲੁਕਡ ਹੌਰੀਬਲ ਇਨ ਦ ਡਾਰਕਨੈਸ, ਜੋ ਕਟਿੰਗ ਸੀ ਔਰ ਜੋ ਇੰਟਰੈਂਸ ਸੀ, ਕਟਿੰਗ ਚਟਾਨਾਂ ਦੇ ਵਿੱਚੋਂ ਦੀ ਬਣਾਇਆ ਗਿਆ ਰਸਤਾ, ਔਰ ਜੋ ਟਨਲ ਔਰ ਜੋ ਸੁਰੰਗ ਦਾ ਪ੍ਰਵੇਸ਼ ਦੁਆਰ ਸੀ ਉਹ ਡਾਰਕਨੈਸ ਦੇ ਵਿੱਚ, ਹਨੇਰੇ ਦੇ ਵਿੱਚ ਬਹੁਤ ਹੌਰੀਬਲ, ਬਹੁਤ ਭਿਆਨਕ ਦਿਖਾਈ ਦਿੰਦੇ ਸਨ। ਦ ਸਿਗਨਲ ਲਾਈਟ ਵਾਜ਼ ਆਊਟ, ਜਿਹੜੀ ਸਿਗਨਲ ਪੋਸਟ ਦੀ ਜਿਹੜੀ ਰੋਸ਼ਨੀ ਸੀ ਉਹ ਬੁਝ ਗਈ ਸੀ। ਬਲਦੇਵ ਹੋਲਡ ਦੀ ਲੈਂਪ ਡਾਊਨ ਬਾਈ ਇਟਸ ਚੇਨ, ਔਰ ਬਲਦੇਵ ਨੇ ਲੈਂਪ ਦੀ ਜੰਜੀਰ ਨੂੰ ਖਿੱਚ ਕੇ ਇਸ ਨੂੰ ਹੇਠਾਂ ਉਤਾਰਿਆ। ਬਲਦੇਵ ਹੋਲਡ ਦੀ ਲੈਂਪ ਡਾਊਨ ਬਾਈ ਇਟਸ ਚੇਨ, ਬਲਦੇਵ ਨੇ ਉਸ ਨੂੰ ਉਸ ਦੀ ਚੇਨ ਖਿੱਚ ਕੇ ਉਸ ਲੈਂਪ ਨੂੰ ਹੇਠਾਂ ਉਤਾਰਿਆ। ਇਫ ਦਾ ਓਇਲ ਹੈਡ ਫਿਨਿਸ਼ਡ, ਜੇਕਰ ਤੇਲ ਖਤਮ ਹੋ ਗਿਆ ਹੁੰਦਾ ਤਾਂ ਹੀ ਵੁੱਡ ਹੈਵ ਟੂ ਰਿਟਰਨ, ਤਾਂ ਉਸ ਨੂੰ ਵਾਪਸ ਜਾਣਾ ਪੈਂਦਾ। ਟੂ ਦੀ ਹਟ ਫੋਰ ਮੋਰ, ਤੇਲ ਦੇ ਲਈ ਵਾਪਸ ਝੌਂਪੜੀ ਕੋਲ ਜਾਣਾ ਪੈਂਦਾ। ਐਂਡ ਦੀ ਮੇਲ ਵਾਜ਼ ਆਲਸੋ ਡਿਊ ਇਨ 5 ਮਿੰਟਸ, ਔਰ ਗੱਡੀ ਵੀ 5 ਮਿੰਟਾਂ ਦੇ ਵਿੱਚ ਉੱਥੇ ਪਹੁੰਚਣ ਵਾਲੀ ਸੀ। ਸੋ ਇਟ ਡਿਸਾਈਡਡ ਟੂ ਲਾਈਟ ਦੀ ਲੈਂਪ, ਇਸ ਲਈ ਉਸਨੇ ਫੈਸਲਾ ਕੀਤਾ ਉਸ ਲੈਂਪ ਨੂੰ ਜਗਾਉਣ ਦਾ। ਔਰ ਜਸਟ ਦੈਨ ਹੀ ਹਰਡ, ਫਿਰ ਉਸਨੇ ਉਸੇ ਸਮੇਂ ਉਸਨੇ ਸੁਣੀ ਇੱਕ ਲਾਊਡ ਕਰਾਈ ਸੁਣੀ, ਇੱਕ ਚੀਕ ਸੁਣੀ, ਇੱਕ ਡੀਅਰ ਦੀ, ਇੱਕ ਹਿਰਨ ਦੀ ਚੀਕ ਨੂੰ ਸੁਣਿਆ। ਐਂਡ ਦੈਨ ਅ ਕ੍ਰਸ਼ਿੰਗ ਸਾਊਂਡ ਇਨ ਦਾ ਅੰਡਰਗਰਾਊਂਡ, ਔਰ ਫਿਰ ਉਸਨੇ ਝਾੜੀਆਂ ਦੇ ਵਿੱਚ ਇੱਕਦਮ ਡਿੱਗਣ ਦੀ ਆਵਾਜ਼ ਨੂੰ ਸੁਣਿਆ। ਕ੍ਰਸ਼ਿੰਗ ਸਾਊਂਡ, ਇੱਕਦਮ ਡਿੱਗਣ ਦੀ ਆਵਾਜ਼ ਨੂੰ ਸੁਣਿਆ। ਬਲਦੇਵ ਹਾਰਡਲੀ ਲਿਟ ਦਾ ਲੈਂਪ ਐਟ ਦੀ ਸਿਗਨਲ ਪੋਸਟ, ਔਰ ਬਲਦੇਵ ਨੇ ਜਲਦੀ ਜਲਦੀ ਸਿਗਨਲ ਪੋਸਟ ਵਾਲਾ ਲੈਂਪ ਜਲਾਇਆ। ਹੀ ਟੁਕ ਹਿਜ਼ ਔਲ ਲੈਂਪ, ਔਰ ਉਸਨੇ ਆਪਣਾ ਲੈਂਪ ਲਿਆ। ਐਂਡ ਵਾਕਡ ਕੁਇਕਲੀ ਡਾਊਨ ਦੀ ਟਨਲ, ਉਸਨੇ ਆਪਣਾ ਲੈਂਪ ਲਿਆ ਔਰ ਜਲਦੀ ਨਾਲ ਸੁਰੰਗ ਦੇ ਅੰਦਰ ਵੱਲ ਨੂੰ ਚਲਾ ਗਿਆ। ਹੈਵਿੰਗ ਮੇਡ ਸ਼ੋਰ, ਇਹ ਪੱਕਾ ਕਰਨ ਦੇ ਬਾਅਦ ਕਿ ਜਿਹੜੀ ਲਾਈਨ ਸੀ ਉਹ ਬਿਲਕੁਲ ਸਾਫ਼ ਸੀ, ਕਲੀਅਰ ਸੀ। ਹੀ ਕੇਮ ਬੈਕ ਟੂ ਦੀ ਇੰਟਰੈਂਸ, ਫਿਰ ਉਹ ਵਾਪਸ ਕਿੱਥੇ ਆ ਗਿਆ? ਇੰਟਰੈਂਸ, ਪ੍ਰਵੇਸ਼ ਦੁਆਰ ਨੂੰ ਵਾਪਸ ਆ ਗਿਆ। ਹੀ ਸੈਟ ਦੇਅਰ ਐਂਡ ਸਟਾਰਟਡ ਵੇਟਿੰਗ ਫॉर ਦੀ ਟ੍ਰੇਨ, ਔਰ ਉੱਥੇ ਬੈਠ ਗਿਆ ਔਰ ਗੱਡੀ ਦਾ ਇੰਤਜ਼ਾਰ ਕਰਨਾ ਸ਼ੁਰੂ ਕੀਤਾ। ਦ ਟ੍ਰੇਨ ਵਾਜ਼ ਲੇਟ, ਔਰ ਜਿਹੜੀ ਗੱਡੀ ਸੀ ਉਸ ਦਿਨ ਦੇਰ ਨਾਲ ਆਉਣ ਵਾਲੀ ਸੀ। ਦ ਟ੍ਰੇਨ ਵਾਜ਼ ਲੇਟ, ਜਿਹੜੀ ਗੱਡੀ ਸੀ ਉਸ ਦਿਨ ਬਹੁਤ ਲੇਟ ਆਉਣ ਵਾਲੀ ਸੀ। ਸਿਟਿੰਗ ਹਡਲਡ ਅਪ, ਬਲਦੇਵ ਸਟਾਰਟਡ ਡੋਜ਼ਿੰਗ ਐਂਡ ਸੂਨ ਫੋਰਗॉट ਅਬਾਊਟ ਹਿਜ਼ ਸਰਾਊਂਡਿੰਗਸ, ਔਰ ਜਿਹੜਾ ਬਲਦੇਵ ਸੀ ਜੋ ਆਪਣੇ ਆਪ ਵਿੱਚ ਹਡਲਡ ਅਪ, ਸਿਮਟ ਕੇ ਬੈਠਾ ਹੋਇਆ ਸੀ, ਉਸਨੇ ਉਂਗਣਾ ਸ਼ੁਰੂ ਕੀਤਾ। ਉਸ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ, ਉਸ ਨੂੰ ਨੀਂਦ ਆਉਣ ਲੱਗੀ ਔਰ ਉਹ ਭੁੱਲ ਗਿਆ ਆਪਣੇ ਆਲੇ ਦੁਆਲੇ ਬਾਰੇ। ਐਂਡ ਬੈਕ ਇਨ ਹਿਜ਼ ਹਟ, ਔਰ ਉੱਥੇ ਹਟ ਦੇ ਵਿੱਚ ਜਿਹੜਾ ਤੈਂਬੂ ਸੀ, ਵਾਕ ਅਪ, ਉੱਠਿਆ। ਵੈਨ ਹੀ ਫੈਲ ਦੀ ਟਰੈਂਬਲਿੰਗ ਆਫ ਦੀ ਗਰਾਊਂਡ, ਔਰ ਜਿਹੜਾ ਤੈਂਬੂ ਸੀ ਉੱਠਿਆ ਜਦੋਂ ਉਸਨੇ ਮਹਿਸੂਸ ਕੀਤੀ, ਕਿਸ ਨੂੰ ਮਹਿਸੂਸ ਕੀਤਾ? ਦ ਟਰੈਂਬਲਿੰਗ ਆਫ ਦੀ ਗਰਾਊਂਡ, ਜਦੋਂ ਉਸਨੇ ਕੰਬ ਰਹੀ ਧਰਤੀ, ਜ਼ਮੀਨ ਨੂੰ ਮਹਿਸੂਸ ਕੀਤਾ ਤਾਂ ਜਿਹੜਾ ਤੈਂਬੂ ਸੀ ਉੱਠਿਆ।
ਹੀ ਅੰਡਰਸਟੂਡ ਦੈਟ ਦੀ ਟ੍ਰੇਨ ਵਾਸ ਅਪਰੋਚਿੰਗ, ਉਹ ਸਮਝ ਗਿਆ ਕਿ ਗੱਡੀ ਆਉਣ ਵਾਲੀ ਸੀ। ਹੀ ਰਬਡ ਹਿਜ਼ ਆਈਜ਼ ਇਨ ਸਲੀਪ ਐਂਡ ਸੈਡ, ਉਸਨੇ ਸਲੀਪ ਦੇ ਵਿੱਚ, ਨੀਂਦ ਦੇ ਵਿੱਚ ਆਪਣੀਆਂ ਅੱਖਾਂ ਨੂੰ ਮਲਿਆ ਔਰ ਕਿਹਾ, ਫਾਦਰ ਇਟ ਇਜ਼ ਟਾਈਮ ਟੂ ਲਾਈਟ ਦਾ ਲੈਂਪ। ਉਸਨੇ ਆਪਣੇ ਪਿਤਾ ਨੂੰ ਕੀ ਕਿਹਾ, ਵੀ ਸਮਾਂ ਹੋ ਗਿਆ ਹੈ ਲੈਂਪ ਜਗਾਉਣ ਦਾ। ਐਂਡ ਰਿਅਲਾਈਜ਼ਿੰਗ ਦੈਟ ਹਿਜ਼ ਫਾਦਰ ਹੈਡ ਗੋਨ ਆਲਰੇਡੀ ਹੀ ਲੇ ਡਾਊਨ ਅਗੇਨ, ਔਰ ਇਹ ਮਹਿਸੂਸ ਕਰਕੇ ਕਿ ਉਸ ਦਾ ਪਿਤਾ ਪਹਿਲਾਂ ਹੀ ਚਲਾ ਗਿਆ ਸੀ ਤਾਂ ਉਹ ਦੁਬਾਰਾ ਲੇਟ ਗਿਆ। ਬਟ ਨਾਓ ਹੀ ਵਾਜ਼ ਅਵੇਕ, ਪਰੰਤੂ ਹੁਣ ਉਹ ਉੱਠ ਗਿਆ, ਜਾਗ ਗਿਆ। ਹੀ ਵਾਜ਼ ਵੇਟਿੰਗ ਫॉर ਦੀ ਟ੍ਰੇਨ ਟੂ ਪਾਸ ਐਂਡ ਫॉर ਹਿਜ਼ ਫਾਦਰਜ਼ ਰਿਟਰਨ। ਹੁਣ ਉਹ ਵੇਟ ਕਰ ਰਿਹਾ ਸੀ ਗੱਡੀ ਦੇ ਉੱਥੋਂ ਦੀ ਲੰਘਣ ਦੀ ਔਰ ਆਪਣੇ ਪਿਤਾ ਦੇ ਵਾਪਸ ਆਉਣ ਦੀ। ਥੈਂਕਸ।